ਇਹ ਸ਼ਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਜਿਸ ਨੂੰ 84 ਲੱਖ ਜੂਨਾਂ ਤਾਂ ਅਪੋਲ ਤੇ ਅਣਜਾਣੇ ਹੀ ਕਮਾ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਦੁਆਰਾ ਇਸ ਨਾਲ ਲਿਖੇ ਧਰਮ ਤੋਂ ਬੇਮੁਖ ਅਤੇ ਅਵੇਸਲੀ ਹੋ ਕੇ ਆਪਣੇ ਹੀ ਭਾਣੇ ਵਿੱਚ ਮਨਮੁਖੀ ਜੀਵਨ ਬਤੀਤ ਕਰਦੀ ਹੈ ਤੇ ਜਮਾਂ ਦੇ ਵਸ ਪੈਂਦੀ ਹੈ। ਤੀਖਣ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਇਨਸਾਨ ਇਸ ਨਾਲ ਲਿਖੇ ਧਰਮ ਨੂੰ ਬੁੱਝਣ ਅਤੇ ਸਮਝਣ ਤੋਂ ਅਸਮਰੱਥ ਹੈ। ਇਸ ਅਤਿਅੰਤ ਸੂਖਮ ਅਤੇ ਗੁਪਤ ਭੇਦ ਨੂੰ ਬੁੱਝਣ ਅਤੇ ਸਮਝਣ ਲਈ ਇਸ ਲੇਖ ਵਿੱਚ ਉਦਮ ਕੀਤਾ ਜਾ ਰਿਹਾ ਹੈ। ਮੰਨਿਆ ਗਿਆ ਹੈ ਕਿ ਖੜਾ ਪਾਣੀ ਗੰਧਲਾ ਹੋ ਜਾਂਦਾ ਹੈ ਅਤੇ ਚੱਲਦਾ ਪਾਣੀ ਨਿਰਮਲ ਅਤੇ ਤਾਜ਼ਾ ਹੁੰਦਾ ਹੈ, ਕਿਉਂਕਿ ਚੱਲਦੇ ਪਾਣੀ ਦਾ ਕਿਸੇ ਸੋਮੇ ਨਾਲ ਸੰਬੰਧ ਹੁੰਦਾ ਹੈ, ਜਿੱਥੋਂ ਤਾਜ਼ਾ ਨਿਰਮਲ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ। ਜਦ ਚੱਲਦੇ ਪਾਣੀ ਦੀ ਰਵਾਨਗੀ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਸਰੋਵਰ ਦਾ ਇਕੱਠਾ ਹੋਇਆ ਪਾਣੀ ਸਹਿਜੇ ਸਹਿਜੇ ਮੈਲਾ ਹੁੰਦਾ ਜਾਂਦਾ ਹੈ। ਬਾਹਰਲੇ ਮੈਲੇ ਪਾਣੀ ਦੀ ਰੋੜ ਨਾਲ ਸਰੋਵਰ ਦਾ ਪਾਣੀ ਹੋਰ ਵੀ ਗੰਧਲਾ ਹੁੰਦਾ ਜਾਂਦਾ ਹੈ, ਜਿਸ ਨਾਲ ਮੱਛਰ ਆਦਿ ਉਪਜਦੇ ਹਨ ਅਤੇ ਗੰਦੀ ਹਵਾੜ ਨਾਲ ਅਨੇਕਾਂ ਕਿਸਮਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਜਦ ਤਾਈਂ ਸਰੋਵਰ ਦਾ ਆਪਣੇ ਸੋਮੇ ਨਾਲ ਮੇਲ ਰਹਿੰਦਾ ਹੈ, ਤਦ ਤਾਈਂ ਸਰੋਵਰ ਦਾ ਪਾਣੀ ਤਾਜ਼ਾ ਤੇ ਨਿਰਮਲ ਰਹਿੰਦਾ ਹੈ ਅਤੇ ਜੀਵ ਜੰਤ ਇਸ ਤੋਂ ਲਾਹਾ ਲੈਂਦੇ ਹਨ। ਪਰ ਜਦ ਸੋਮੇ ਵਿੱਚੋਂ ਆ ਰਹੀ ਖਾਲ ਕੂਲ ਜਾਂ ਪਾਣੀ ਦੀ ਧਾਰਾ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਤਾਜ਼ੇ ਪਾਣੀ ਦੀ ਰਵਾਨਗੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਸਰੋਵਰ ਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਤੇ ਉਸ ਵਿੱਚ ਪਿਆ ਪਾਣੀ ਸਹਿਜੇ ਸਹਿਜੇ ਸੁੱਕ ਕੇ ਘਟਦਾ ਜਾਂਦਾ ਹੈ ਤੇ ਗੰਧਲਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਰੋਵਰ ਦਾ ਪਾਣੀ ਲਾਭਦਾਇਕ ਹੋਣ ਦੀ ਬਜਾਏ ਹਾਨੀਕਾਰਕ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਹੀ ਜਦ ਤਾਈਂ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਸ਼ਬਦ ਦੁਆਰਾ ਹੁਕਮ ਸ਼ਬਦ ਤੇ ਨਾਮ ਦੇ ਸੋਮੇ ਨਾਲ ਮਿਲਿਆ ਜਾਂ ਜੁੜਿਆ ਰਹਿੰਦਾ ਹੈ, ਤਦ ਤਾਈਂ ਇਲਾਹੀ ਹੁਕਮ ਜਾਂ ਨਾਮ ਦੀ ਰਵਾਨਗੀ ਦੁਆਰਾ ਸਾਡੇ ਮਨ ਤਨ ਤੇ ਚਿੱਤ ਵਿੱਚ ਸਾਰੇ ਆਤਮਿਕ ਦੈਵੀ ਗੁਣ ਸਹਿਜ ਸੁਭਾਏ ਪ੍ਰਦਾਨ ਤੇ ਪ੍ਰਵੇਸ਼ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪੰਦ ਤੇ ਸੜਿਆਂਦ ਨਹੀਂ ਉਪਜਦੀ। ਹਾਂਜੀ, ਜਦ ਤਾਈਂ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਸ਼ਬਦ ਦੁਆਰਾ ਹੁਕਮ ਸ਼ਬਦ ਅਤੇ ਨਾਮ ਦੇ ਸੋਮੇ ਨਾਲ ਮਿਲਿਆ ਜਾਂ ਜੁੜਿਆ ਰਹਿੰਦਾ ਹੈ, ਤਦ ਤਾਂ ਹੀ ਇਲਾਹੀ ਹੁਕਮ ਜਾਂ ਨਾਮ ਦੀ ਰਵਾਨਗੀ ਦੁਆਰਾ ਸਾਡੇ ਮਨ ਤਨ ਚਿੱਤ ਵਿੱਚ ਸਾਰੇ ਆਤਮਿਕ ਗੁਣ ਸਹਿਜ ਸੁਭਾਏ ਪ੍ਰਦਾਨ ਤੇ ਪ੍ਰਵੇਸ਼ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪੰਦ ਤੇ ਸੜਿਆਂਦ ਨਹੀਂ ਉਪਜਦੀ। ਸਾਡੀ ਅੰਤਰ ਆਤਮਾ ਸਵੱਛ ਨਿਰਮਲ ਸ਼ਾਂਤ ਖਿੜੀ ਹੋਈ ਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਕਦੋਂ? ਜਦੋਂ ਅਨੁਭਵੀ ਸਵਰਤ ਸ਼ਬਦ ਦੁਆਰਾ ਨਾਮ ਦੇ ਨਾਲ ਜੁੜੀ ਹੁੰਦੀ ਹੈ। ਇਸ ਤਰ੍ਹਾਂ ਅਸੀਂ ਹੁਕਮ ਰੂਪੀ ਧਰਮ ਨੂੰ ਅੰਤਰ ਆਤਮੇ ਅਨੁਭਵ ਕਰਕੇ ਕਮਾ ਰਹੇ ਹੁੰਦੇ ਹਾਂ ਅਤੇ ਆਤਮਿਕ ਸੇਵਾ ਕਰਦਿਆਂ ਹੋਇਆਂ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਅਮੋਲਕ ਜੀਵਨ ਸਫਲ ਕਰ ਰਹੇ ਹੁੰਦੇ ਹਾਂ। ਇਹੋ ਹੀ ਸਹੀ ਧਰਮ ਹੈ। ਹੁਣ ਲਓ ਦੂਜਾ ਪੱਖ। ਜਦ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਧਰਮ ਜਾਂ ਨਾਮ ਨੂੰ ਭੁੱਲ ਜਾਂਦਾ ਹੈ ਜਾਂ ਬੇਮੁਖ ਹੋ ਜਾਂਦਾ ਹੈ, ਤਾਂ ਸਾਡੀ ਸ਼ਰਧਾ ਭਾਵਨੀ ਦੀ ਧਾਰਾ ਜਾਂ ਪ੍ਰਣਾਲੀ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਕਾਰਨ ਅਸੀਂ ਆਤਮ ਮੰਡਲ ਦੇ ਸਾਰੇ ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ ਅਤੇ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਬਾਹਰ ਮੁਖੀ ਕੁਸੰਗਤ ਨਾਲ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਮੈਲੇ ਤੇ ਗੰਧਲੇ ਮਨਾਂ ਨਾਲ ਹਉਮੈ ਦੇ ਭਰਮ ਭੁਲਾਵੇ ਵਿੱਚ ਅਕਾਲ ਪੁਰਖ ਤੋਂ ਸ਼ਰਧਾਹੀਣ ਅਤੇ ਬੇਮੁਖ ਹੋ ਜਾਂਦੇ ਹਾਂ। ਆਪਣੀ ਸਿਆਣਪ ਦੇ ਆਸਰੇ ਆਪਣੇ ਹੀ ਭਾਣੇ ਵਿੱਚ ਵਿਚਰ ਕੇ ਅਨੇਕਾਂ ਦੁੱਖ ਕਲੇਸ਼ ਭੋਗਦੇ ਹੋਏ
ਰੋਂਦੇ ਪਿੱਟਦੇ ਤੇ ਖੱਜਲ ਖੁਆਰ ਆਉਂਦੇ ਹਾਂ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਤ ਆਵੇ। ਹੁਕਮ ਨ ਜਾਣੇ ਬਪੜੇ, ਭੂਲੇ ਫਿਰੇ ਗਵਾਰ। ਮਨ ਹਟ ਕਰਮ ਕਮਾਵਦੇ, ਨਿਤ ਨਿਤ ਹੋਏ ਖੁਆਰ। ਪਰਮੇਸ਼ਰ ਤੇ ਭੁੱਲਿਆਂ, ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਹੁਕਮ ਨ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨ ਸੋਵੇ। ਇਸ ਤਰ੍ਹਾਂ ਅਕਾਲ ਪੁਰਖ ਨੂੰ ਭੁੱਲ ਕੇ, ਵਿਸਾਰ ਕੇ, ਉਸ ਤੋਂ ਬੇਮੁਖ ਹੋ ਕੇ ਆਪਣੇ ਭਾਣੇ ਵਿੱਚ ਚੱਲਣ ਨਾਲ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ। ਹਉਮੈ ਦੇ ਦੀਰਘ ਰੋਗ ਵਿੱਚ ਗਲਤਾਨ ਹੁੰਦੇ ਹਾਂ। ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਮਾਇਕੀ ਅਗਨ ਸ਼ੋਕ ਸਾਗਰ ਵਿੱਚ ਸੜਦੇ ਹਾਂ। ਆਪਣੇ ਭਾਣੇ ਵਿੱਚ ਚੱਲਣ ਨਾਲ ਆਪਣਿਆਂ ਪਾਪਾਂ ਦਾ ਨਤੀਜਾ ਭੁਗਤਦੇ ਹਾਂ। ਆਵਾਗਮਨ ਵਿੱਚ ਪੈਂਦੇ ਹਾਂ। ਜਮਾਂ ਦੇ ਵਸ ਪੈਂਦੇ ਹਾਂ। ਨਰਕ ਭੋਗਦੇ ਹਾਂ। ਦੂਜੇ ਪਾਸੇ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਸਾਡਾ ਅਨੁਭਵ ਖੁੱਲ੍ਹਦਾ ਹੈ। ਹਾਂਜੀ, ਸਿਮਰਨ ਨਾਲ ਸ਼ਰਧਾ ਭਾਵਨੀ ਉਪਜਦੀ ਹੈ। ਆਪਣੇ ਨਾਲ ਲਿਖੇ ਧਰਮ ਦੀ ਸੋਝੀ ਆਉਂਦੀ ਹੈ। ਇਲਾਹੀ ਹੁਕਮ ਰੂਪੀ ਧਰਮ ਕਮਾਇਆ ਜਾਂਦਾ ਹੈ। ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਆਤਮਿਕ ਮੰਡਲ ਦੇ ਸਾਰੇ ਦੈਵੀ ਗੁਣ ਅਤੇ ਦਾਤਾਂ ਪ੍ਰਦਾਨ ਹੁੰਦੀਆਂ ਹਨ। ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਦਾ ਹੈ। ਬੇਖਰੀਦ ਹੁਕਮੀ ਬੰਦੇ ਬਣ ਕੇ ਸੇਵਾ ਹੁੰਦੀ ਹੈ। ਜੀਵਨ ਸਾਡਾ ਸੁਖੀ ਤੇ ਸਫਲ ਹੁੰਦਾ ਹੈ। ਮਾਇਕੀ ਭਰਮ ਭੁਲਾਵਾ ਦੂਰ ਹੁੰਦਾ ਹੈ। ਹਉਮੈ ਦੇ ਦੀਰਘ ਰੋਗ ਤੋਂ ਬਚੀਦਾ ਹੈ। ਮਾਇਕੀ ਆਤਿਸ਼ ਦੁਨੀਆ ਤੋਂ ਬਚੀਂਦਾ ਹੈ। ਆਵਾਗਮਨ ਤੋਂ ਛੁਟਕਾਰਾ ਮਿਲਦਾ ਹੈ। ਜਮਾਂ ਤੋਂ ਬਚੀਂਦਾ ਹੈ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੁੰਦੀ ਹੈ। ਹਾਂਜੀ, ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੁੰਦੀ ਹੈ। ਸੋ ਸੰਸਾਰ ਵਿੱਚ ਦੋ ਕਿਸਮ ਦੇ ਧਰਮ ਪ੍ਰਵਿਰਤ ਹਨ। ਇੱਕ ਅੰਤਰਮੁਖੀ ਨਾਲ ਲਿਖਿਆ ਆਤਮਿਕ ਧਰਮ ਤੇ ਦੂਸਰਾ ਬਾਹਰਮੁਖੀ ਅਪਣਾਏ ਹੋਏ ਇਹ ਵੱਖ-ਵੱਖ ਧਰਮ। ਇਹਨਾਂ ਦੋਹਾਂ ਦਾ ਨਿਖਰਵਾਂ ਨਿਰਣਾ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਖਲਕਤ ਨੂੰ ਧਰਮ ਦੀ ਬਾਬਤ ਬੇਅੰਤ ਭੁਲੇਖੇ ਪਏ ਹੋਏ ਹਨ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਹੁਕਮ ਰੂਪੀ ਇਲਾਹੀ ਧਰਮ ਇਹ ਵਿਸ਼ਵ ਵਿੱਚ ਕਾਇਨਾਤ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ, ਜੋ ਸਦੀਵੀ ਜੁਗੋ ਜੁਗ ਇਕਸਾਰ ਗੁਪਤੋ ਗੁਪਤੀ ਵਿਆਪਕ ਹੋ ਕੇ ਵਰਤ ਰਿਹਾ ਹੈ, ਜਿਸ ਦੁਆਰਾ ਸਾਰੀ ਕਾਇਨਾਤ ਉਪਜਦੀ, ਪਲਦੀ, ਪ੍ਰਫੁੱਲਤ ਹੁੰਦੀ, ਮੌਲਦੀ, ਖਿੜਦੀ ਤੇ ਬਿਨਸਦੀ ਹੈ। ਇਹ ਅੰਤਰੀਵ ਇਲਾਹੀ ਵਿਸ਼ਵ ਧਰਮ ਅਭੁੱਲ ਹੈ, ਅਟਲ ਹੈ, ਇੱਕੋ ਇੱਕ ਹੈ, ਸਰਬੱਗ ਹੈ, ਨਾਲ ਲਿਖਿਆ ਹੈ, ਬਦਲਦਾ ਨਹੀਂ। ਇਹ ਬੁੱਧੀ ਦੀ ਪਕੜ ਤੋਂ ਪਰੇ ਹੈ ਅਤੇ ਅਨੁਭਵੀ ਆਤਮਿਕ ਮੰਡਲ ਦੀ ਗੁਪਤ ਖੇਡ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਵਿੱਚ ਸਾਰੇ ਆਤਮਿਕ ਮੰਡਲ ਦੇ ਦੈਵੀ ਗੁਣ ਨਿਰਮਲਤਾ, ਪ੍ਰੀਤ, ਪ੍ਰੇਮ, ਪਿਆਰ, ਪਰਮ ਰਸ, ਚਾਉ, ਦਇਆ, ਖਿਮਾ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ ਆਦਿ ਪ੍ਰਵੇਸ਼ ਹਨ ਅਤੇ ਸਹਿਜ ਸੁਭਾਏ ਆਪ ਮੁਹਾਰੇ ਪ੍ਰਵਿਰਤ ਹੋ ਰਹੇ ਹਨ, ਜਿਸ ਤਰ੍ਹਾਂ ਕਿ ਧੁੱਪ ਵਿੱਚ ਸੂਰਜ ਦੇ ਸਾਰੇ ਗੁਣ। ਦੂਜੇ ਪਾਸੇ ਸੰਸਾਰ ਵਿੱਚ ਅਨੇਕਾਂ ਅੱਡੋ ਅੱਡੀ ਬਾਹਰਮੁਖੀ ਧਰਮ ਪ੍ਰਚਲਿਤ ਹਨ, ਜਿਨ੍ਹਾਂ ਦੇ ਅੱਗੋਂ ਅਨੇਕਾਂ ਫਿਰਕੇ ਸੰਪਰਦਾਵਾਂ ਬਣੀਆਂ ਹੋਈਆਂ ਹਨ। ਇਹਨਾਂ ਸਾਰਿਆਂ ਧਰਮਾਂ ਤੇ ਫਿਰਕਿਆਂ ਦੇ ਭਿੰਨ ਭਿੰਨ ਇਸ਼ਟ, ਸਿਧਾਂਤ, ਮਰਿਆਦਾ, ਕਰਮਕਾਂਡ, ਰਾਉ ਰੀਤ, ਰੇਖ ਭੇਖ, ਦਰਸ਼ਨ ਹਨ, ਜੋ ਸਮੇਂ-ਸਮੇਂ ਸਿਰ ਬਦਲਦੇ ਰਹਿੰਦੇ ਹਨ। ਇਹਨਾਂ ਬਾਹਰਮੁਖੀ ਧਰਮਾਂ ਦੀ ਭਿੰਨਤਾ ਜਾਂ ਵੱਖਰੇਪਨ ਦੇ ਕਾਰਨ ਗਲਤ ਫਹਿਮੀਆਂ, ਵਾਦ ਵਿਵਾਦ, ਈਰਖਾ, ਦਵੈਤ, ਨਫ਼ਰਤ, ਤਵੱਸਬ, ਲੜਾਈਆਂ, ਜਹਾਦ, ਜ਼ੁਲਮ, ਅਤਿਆਚਾਰ ਆਦਿ ਪੈਦਾ ਹੁੰਦੇ ਰਹਿੰਦੇ ਹਨ, ਜੋ ਕਿ ਕਈ ਵਾਰੀ ਅਤਿਅੰਤ ਦੁਖਦਾਈ ਅਤੇ ਤਬਾਹੀ ਦਾ ਕਾਰਨ ਬਣਦੇ ਹਨ। ਪਰੰਤੂ ਧਰਮ, ਜੋ ਕਿ ਮੂਲ ਪੱਖ ਤੋਂ ਇੱਕੋ ਇੱਕ ਹੈ, ਦੋ ਜਾਂ ਬਹੁਤੇ ਨਹੀਂ, ਦੇ ਸੰਬੰਧ ਵਿੱਚ ਸਮਝਣ ਵਾਲੀ ਜ਼ਰੂਰੀ ਗੱਲ ਇਹ ਹੈ
ਕਿ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਇੱਕੋ ਅਕਾਲ ਪੁਰਖ ਦੀ ਜੋਤ ਪ੍ਰਵੇਸ਼ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸਾਰੇ ਪ੍ਰਾਣੀਆਂ ਵਿੱਚ ਇੱਕੋ ਕਰਤਾ ਪੁਰਖ ਦੀ ਜੋਤ ਹੋਣ ਕਰਕੇ ਸਾਰੇ ਉਸ ਪਰਮ ਜੋਤ ਪ੍ਰਭੂ ਦੀ ਹੀ ਅੰਸ਼ ਹਨ। ਲੋਕਾਂ ਨੇ ਆਪੋ ਆਪਣੀ ਮਰਜ਼ੀ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਕੁਦਰਤੀ ਮਿਲੇ ਮਨੁੱਖੀ ਸਰੂਪ ਨੂੰ ਵਿਗਾੜ ਕੇ, ਜਿਸ ਨੂੰ ਆਧੁਨਿਕ ਸਭਿਅਤਾ ਮੌਜੂਦਾ ਤਹਿਜ਼ੀਬ ਅਨੁਸਾਰ ਸਵਾਰਨਾ ਆਖਦੀ ਹੈ, ਪਰ ਅਸਲ ਵਿੱਚ ਮਨੁੱਖੀ ਸਰੂਪ ਨੂੰ ਵਿਗਾੜ ਕੇ ਅਨੇਕ ਤਰ੍ਹਾਂ ਦੀ ਮਰਿਆਦਾ ਤੇ ਅਸੂਲ ਘੜ ਕੇ ਮਨੁੱਖੀ ਭਾਈਚਾਰੇ ਨੂੰ ਵੱਖ-ਵੱਖ ਫਿਰਕਿਆਂ ਜਾਂ ਧਰਮਾਂ ਵਿੱਚ ਵੰਡਣ ਦਾ ਯਤਨ ਕੀਤਾ ਹੈ ਅਤੇ ਫਿਰ ਆਪਣੇ ਬਣਾਏ ਹੋਏ ਧਰਮ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ, ਚੰਗਾ ਤੇ ਉੱਤਮ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਸਾਰੇ ਰਲ ਕੇ ਵੀ ਉਸ ਅਸਲੀ ਤੇ ਮੂਲ ਇਲਾਹੀ ਧਰਮ ਦੀ ਹੋਂਦ ਤੇ ਸੱਚਾਈ ਨੂੰ ਮੇਟ ਨਹੀਂ ਸਕਦੇ। ਅਕਾਲ ਪੁਰਖ ਨੇ ਸਭ ਨੂੰ ਸਰੀਰ ਦਿੱਤਾ ਹੈ। ਸਰੀਰ ਦੇ ਨੱਕ, ਕੰਨ, ਮੂੰਹ, ਅੱਖਾਂ, ਹੱਥ, ਪੈਰ ਵੀ ਸਭ ਨੂੰ ਇੱਕੋ ਜਿਹੇ ਦਿੱਤੇ ਹਨ। ਸਰੀਰ ਅੰਦਰ ਪ੍ਰਾਣਦਾਇਕ ਸ਼ਕਤੀ ਤੇ ਜਾਗਦੀ ਜੋਤ ਕਰਤਾਰ ਨੇ ਆਪ ਰੱਖ ਕੇ ਇਸ ਜੀਵ ਨੂੰ ਸੰਸਾਰ ਵਿੱਚ ਭੇਜਿਆ ਹੈ। ਇਹ ਸ਼ਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਮਨੁੱਖ ਵਿੱਚ ਜੋ ਸਵਾਸ ਚੱਲਦੇ ਹਨ, ਇਹ ਵੀ ਉਸ ਦਾਤੇ ਦੀ ਦੇਣ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਸਾਰਿਆਂ ਅੰਦਰ ਜੋਤ ਇੱਕ ਹੈ ਅਤੇ ਇਸ ਜੋਤ ਦਾ ਸੋਮਾ ਜਾਂ ਮੂਲ ਵੀ ਇੱਕ ਅਕਾਲ ਪੁਰਖ ਹੀ ਹੈ। ਇਸ ਲਈ ਅਸੀਂ ਸਾਰੇ ਏਕ ਪਿਤਾ, ਏਕਸ ਕੇ ਹਮਬਾਰਕ ਅਤੇ ਸਭੇ ਸਾਂਝੀਵਾਲ ਸਦਾਮਦੇ ਹਾਂ। ਤਾਂ ਤੇ ਸਾਡਾ ਸਭ ਦਾ ਅਸਲਾ ਤੇ ਜੀਵਨ ਦਾਤਾ ਇੱਕ ਹੋਣ ਕਰਕੇ ਸਾਡਾ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕ ਹੀ ਹੈ। ਹਾਂਜੀ, ਸਾਡਾ ਸਭ ਦਾ ਅਸਲਾ ਤੇ ਜੀਵਨ ਦਾਤਾ ਇੱਕ ਹੋਣ ਕਰਕੇ ਸਾਡਾ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕੋ ਹੀ ਹੈ। ਹਾਂਜੀ, ਇੱਕੋ ਇੱਕ ਸਭਨਾਂ ਵਿੱਚ ਵਸ ਰਿਹਾ ਅਕਾਲ ਪੁਰਖ ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਰੰਗ ਰਤਾ ਹੈ, ਲਾਲ ਪਿਆਰਾ ਹੈ, ਲਾਲ ਰੰਗੀਲਾ ਹੈ, ਪ੍ਰੇਮ ਪਿਰੀ ਹੈ। ਇਸ ਲਈ ਇੱਕੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਹੀ ਜੀਵ ਬੱਝੇ ਹੋਏ ਹਨ ਅਤੇ ਮੂਲ ਵੱਲ ਖਿਚੀਂਦੇ ਜਾ ਰਹੇ ਹਨ। ਇਸ ਸੂਖਮ ਗੁਪਤ ਇਲਾਹੀ ਪ੍ਰੀਤ ਡੋਰੀ ਜਾਂ ਆਕਰਸ਼ਣ ਸ਼ਕਤੀ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪ ਜੀਵਾਂ ਨੂੰ ਆਪਣੇ ਵੱਲ ਗੁਪਤੀ ਤੌਰ ਤੇ ਖਿੱਚੀ ਰੱਖਦਾ ਹੈ। ਹਾਂਜੀ, ਕਿਉਂਕਿ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਪ੍ਰੀਤ ਡੋਰੀ ਮੌਜੂਦ ਹੈ। ਇਸ ਲਈ ਇੱਕੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਹੀ ਜੀਵ ਬੱਝੇ ਹੋਏ ਹਨ ਅਤੇ ਆਪਣੇ ਮੂਲ ਯਾਨੀ ਪਰਮਾਤਮਾ ਵੱਲ ਖਿਚੀਂਦੇ ਜਾ ਰਹੇ ਹਨ। ਸੋ ਇਸ ਪ੍ਰੀਤ ਡੋਰੀ ਜਾਂ ਆਕਰਸ਼ਣ ਸ਼ਕਤੀ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵਾਂ ਨੂੰ ਆਪਣੇ ਵੱਲ ਗੁਪਤੀ ਤੌਰ ਤੇ ਖਿੱਚੀ ਰੱਖਦਾ ਹੈ। ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਦੋ ਖਿੰਚਤਨੀ। ਇਹ ਜੋ ਸਾਡੇ ਅੰਦਰ ਸ਼ਰਧਾ ਭਾਵਨੀ ਉਪਜਦੀ ਹੈ, ਭਾਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਆਤਮਕ ਕਾਂਖੀ, ਬਿਰਹਾ ਜਾਂ ਸੇਵਾ ਭਾਵ, ਸਿਮਰਨ ਜਾਂ ਆਪਾ ਵਾਰਨਾ, ਇਹ ਸਭ ਇਸੇ ਹੀ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਹਨ। ਸੋ ਇਸੇ ਪ੍ਰੀਤ ਡੋਰੀ ਦੇ ਸਰੂਪ ਯਾਨੀ ਸ਼ਰਧਾ ਭਾਵਨੀ, ਭਾਉ ਭਾਵਨੀ, ਪ੍ਰੇਮ ਸਵੈਪਨਾ, ਬਿਰਹਾ, ਆਤਮਕ ਕਾਂਖੀ, ਸੇਵਾ, ਸਿਮਰਨ ਤੇ ਆਪਾ ਵਾਰਨਾ, ਇਹਨਾਂ ਗੁਣਾਂ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵ ਨੂੰ ਗੁਪਤੀ ਤੌਰ ਤੇ ਖੇਲ ਖਿਲਾਉਂਦਾ ਹੈ, ਲਾਡ ਲਡਾਉਂਦਾ ਹੈ, ਪ੍ਰਤਪਾਲਦਾ ਹੈ, ਸਾਰ ਸੰਭਾਲਦਾ ਹੈ, ਮਾਂ ਪਿਆਰ ਜਤਾਉਂਦਾ ਹੈ, ਪਿਰਮ ਪਿਆਲਾ ਪਿਲਾਉਂਦਾ ਹੈ, ਪਿਰਮ ਰਸ ਬਖਸ਼ਦਾ ਹੈ, ਨਦਰ ਕਰਮ ਕਰਦਾ ਹੈ। ਦੁਨੀਆ ਦੇ ਸਾਰੇ ਮਾਇਕੀ ਸੰਬੰਧ ਜਾਂ ਨਾਤੇ ਜਿਵੇਂ ਕਿ ਮੋਹ, ਮਮਤਾ, ਪਿਆਰ, ਸਨੇਹ, ਇਸ਼ਕ, ਪ੍ਰੇਮ, ਬਿਰਹਾ ਆਦਿ ਇਸੇ ਗੁਪਤ ਇਲਾਹੀ ਪ੍ਰੇਮ ਖੇਲ ਦਾ ਹੀ ਅਕਸ ਜਾਂ ਝੋਲਾ ਜਿਹਾ ਪ੍ਰਕਾਸ਼ ਅਤੇ ਪ੍ਰਵਿਰਤੀ ਹੈ। ਇਸੇ ਪ੍ਰੀਤ ਡੋਰੀ ਦੀ ਖਿੱਚ ਅਨੁਭਵ ਕਰਨੀ, ਇਸ ਦੀ ਖਿੱਚ ਖਾਣੀ, ਪਿਆਰ ਤੁਣ ਕੇ ਸਹਾਰਨੇ, ਤੁਣਕਿਆਂ ਨਾਲ ਮਨ ਦਾ ਨੱਚਣਾ, ਪਿਆਰ ਵਿੱਚ ਮੌਲਣਾ, ਪਿਆਰ ਵਿੱਚ ਪਹਿਲਾਂ ਪਾਉਣੀਆਂ, ਪਿਆਰ ਵਿੱਚ ਲੋਟ-ਪੋਟ ਹੋਣਾ, ਪ੍ਰੇਮ ਸਵੈਪਨਾ ਵਿੱਚ ਉਡਾਰੀਆਂ ਲਾਉਣੀਆਂ। ਹਾਂਜੀ, ਇਸ ਪ੍ਰੀਤ ਡੋਰੀ ਦੀ
ਖਿੱਚ ਖਾ ਕੇ ਮਜੀਠੇ ਰੰਗ ਵਿੱਚ ਰੰਗੇ ਜਾਣਾ, ਪ੍ਰੇਮ ਵਿਛੋਹ ਵਿੱਚ ਘੁਲਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੇਮ ਖੁਮਾਰੀ ਵਿੱਚ ਬੇਖੁਦ ਹੋਣਾ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਣੀਆਂ, ਪ੍ਰੇਮ ਰਸ ਦੇ ਗਟਾਕ ਪੀਣੇ, ਬਿਰਹੋਂ ਵਿੱਚ ਭੰਨੇ ਜਾਣਾ, ਅਛੋਪ ਖਿੱਚੇ ਜਾਣਾ, ਚੁੱਪ ਪ੍ਰੀਤ ਅਨੁਭਵ ਕਰਨੀ। ਹਾਂਜੀ, ਇਸ ਪ੍ਰੇਮ ਡੋਰੀ ਦੀ, ਪ੍ਰੀਤ ਡੋਰੀ ਦੀ ਖਿੱਚ ਖਾ ਕੇ ਚੁੱਪ ਪ੍ਰੀਤ ਅਨੁਭਵ ਕਰਨੀ, ਚੁੱਪ ਪ੍ਰੀਤ ਦੀ ਬੋਲੀ ਸਮਝਣੀ, ਚੁੱਪ ਪ੍ਰੀਤ ਦੇ ਕੋਮਲ ਸੁਨੇਹੜੇ ਸੁਣਨੇ, ਚੁੱਪ ਪ੍ਰੀਤ ਦੀਆਂ ਮਿੱਠੀਆਂ ਰਮਜ਼ਾਂ ਬੁਝਣੀਆਂ, ਚੁੱਪ ਪ੍ਰੀਤ ਦੀਆਂ ਅਦਾਵਾਂ ਦੇ ਕਟਾਖਾਂ ਦਾ ਰਸ ਮਾਣਨਾ, ਚੁੱਪ ਪ੍ਰੀਤ ਦੀ ਲੇਵਾ ਦੇਵੀ ਹੋਣੀ, ਚੁੱਪ ਪ੍ਰੀਤ ਵਿੱਚ ਗਵਾਚ ਜਾਣਾ ਹੀ ਸਾਰਿਆਂ ਜੀਵਾਂ ਦਾ ਗੁਪਤ ਅੰਤਰਮੁਖੀ ਇੱਕੋ ਇੱਕ ਸਰਬੱਗ ਵਿਸ਼ਵ ਤੇ ਅਨੁਭਵੀ ਇਲਾਹੀ ਧਰਮ ਹੈ, ਜਿਸ ਦੀ ਖਿੱਚ ਨਾਲ ਸਾਰੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਤੇ ਆਪਣੇ ਅੰਸ਼ ਰੂਪੀ ਨਾਤੇ ਸਦਕਾ ਦੂਜਿਆਂ ਜੀਵਾਂ ਵੱਲ ਅਭੋਲ ਅਤੇ ਅਣਜਾਣੇ ਹੀ ਖਿੱਚੇ ਜਾ ਰਹੇ ਹਨ। ਇਸ ਇਲਾਹੀ ਵਿਸ਼ਵ ਧਰਮ ਵਿੱਚ ਮਾਇਕੀ ਮੰਡਲ ਦੇ ਔਗਣ ਯਾਨੀ ਈਰਖਾ, ਦੂਜਾ ਭਾਵ, ਦਵੈਤ, ਨਫ਼ਰਤ, ਤਵੱਸਬ, ਵਾਦ ਵਿਵਾਦ, ਲੜਾਈਆਂ, ਖੂਨ ਖਰਾਬੇ, ਅਤਿਆਚਾਰ ਦੀ ਅਣਹੋਂਦ ਅਤੇ ਅਭਾਵ ਹੈ, ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਹੋਇਆ ਧਰਮ ਇੱਕੋ ਇੱਕ ਹੈ, ਜਿਸ ਕਾਰਨ ਸਾਰੇ ਜੀਵ ਆਤਮਕ ਨਾਤੇ ਵਜੋਂ ਆਤਮਕ ਭਰਾ ਹਨ। ਹਾਂਜੀ, ਇਸ ਅੰਤਰ ਆਤਮੇ ਇਲਾਹੀ ਹੁਕਮ ਰੂਪੀ ਵਿਸ਼ਵ ਧਰਮ ਵਿੱਚ ਮਾਇਕੀ ਮੰਡਲ ਦੇ ਔਗਣਾਂ ਦਾ, ਜਿਵੇਂ ਈਰਖਾ, ਦਵੈਤ, ਦੂਜਾ ਭਾਵ, ਨਫ਼ਰਤ, ਤਵੱਸਬ, ਇਹਨਾਂ ਔਗਣਾਂ ਦੀ ਅਣਹੋਂਦ ਤੇ ਅਭਾਵ ਹੈ, ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਹੋਇਆ ਧਰਮ ਇੱਕੋ ਇੱਕ ਹੈ, ਜਿਸ ਕਾਰਨ ਸਾਰੇ ਜੀਵ ਆਤਮਕ ਨਾਤੇ ਵਜੋਂ ਆਤਮਕ ਭਰਾ ਹਨ। ਏਕ ਪਿਤਾ ਏਕ ਇਸਕੇ ਹਮ ਬਾਰਕ। ਪਰ ਇਨਸਾਨੀ ਮਨ ਉੱਤੇ ਜਦ ਮਾਇਕੀ ਭਰਮ ਭੁਲਾਵੇ ਦਾ ਛੋੜ ਚੜ ਜਾਂਦਾ ਹੈ ਤਾਂ ਉਹ ਆਪਣੇ ਕੇਂਦਰ ਅਕਾਲ ਪੁਰਖ ਦੀ ਹੋਂਦ ਤੋਂ ਸ਼ਰਧਾਹੀਣ, ਭਾਵਨਾਹੀਣ, ਪਿਆਰਹੀਣ, ਮੁਨਕਰ, ਨਾਸਤਕ, ਮਨਮੁਖ ਤੇ ਮਨੂਰ ਹੁੰਦਾ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸ਼ਰਧਾ ਭਾਵਨੀ ਰੂਪੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਇਸ ਪ੍ਰੀਤ ਡੋਰੀ ਰਾਹੀਂ ਜੋ ਇਨਸਾਨ ਨੂੰ ਆਤਮਿਕ ਦਾਤਾਂ ਤੇ ਗੁਣ ਪ੍ਰਦਾਨ ਹੁੰਦੇ ਹਨ, ਉਹ ਵੀ ਘਟਦੇ ਜਾਂਦੇ ਹਨ। ਜਿਸ ਤਰ੍ਹਾਂ ਸ਼ਾਮ ਨੂੰ ਚਾਨਣ ਘਟਦਾ ਜਾਂਦਾ ਹੈ ਤੇ ਹਨੇਰ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ ਵਿੱਚ ਜਿਉਂ-ਜਿਉਂ ਦੈਵੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ, ਤਿਉਂ-ਤਿਉਂ ਮਾਇਕੀ ਭਰਮ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਦਾ ਬੋਲਬਾਲਾ ਆਉਂਦਾ ਜਾਂਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹਉਮੈ ਵੇੜੇ ਮਨ ਨਾਲ ਅਸੀਂ ਜੋ ਵੀ ਧਰਮ ਜਾਂ ਕਰਮ ਕਰਦੇ ਹਾਂ, ਉਹ ਸਭ ਦਿਖਾਵਾ, ਸਵਾਰਥ, ਬੱਧਾ ਚੱਟੀ, ਫੋਕਟ, ਖਤੋ ਖਤਾ, ਗਲਤ, ਹਾਨੀਕਾਰਕ, ਕੂੜ, ਪਖੰਡ ਤੇ ਅਧਰਮ ਹੀ ਹੁੰਦਾ ਹੈ। ਫਿਰ ਦੁਹਰਾ ਦਈਏ ਕਿ ਜਿਸ ਤਰ੍ਹਾਂ ਸ਼ਾਮ ਨੂੰ ਚਾਨਣ ਘਟਦਾ ਜਾਂਦਾ ਤੇ ਹਨੇਰ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ ਵਿੱਚ ਜਿਉਂ-ਜਿਉਂ ਦੈਵੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ, ਤਿਉਂ-ਤਿਉਂ ਮਾਇਕੀ ਭਰਮ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਦਾ ਬੋਲਬਾਲਾ ਆਉਂਦਾ ਜਾਂਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹਉਮੈ ਵੇੜੇ ਮਨ ਨਾਲ ਅਸੀਂ ਜੋ ਵੀ ਧਰਮ ਕਰਮ ਕਰਦੇ ਹਾਂ, ਉਹ ਸਭ ਦਿਖਾਵਾ, ਸਵਾਰਥ, ਬੱਧਾ ਚੱਟੀ, ਫੋਕਟ, ਖਤੋ ਖਤਾ, ਗਲਤ, ਹਾਨੀਕਾਰਕ, ਕੂੜ, ਪਖੰਡ ਤੇ ਅਧਰਮ ਹੁੰਦਾ ਹੈ। ਬਾਹਰ ਭੇਖ ਅੰਤਰ ਮਲਮਾਇਆ, ਛਪ ਸਨਾਏ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੇ ਅਥਾ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ। ਖੇਤੀ ਜਿਨ ਕੀ ਉਜੜੈ, ਖਲਵਾੜੇ ਕਿਆ ਥਾਉ। ਬੱਧਾ ਚੱਟੀ ਜੋ ਭਰੇ, ਨਾ ਗੁਣ
ਨਾ ਉਪਕਾਰ। ਮਨ ਹਟ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਮਨ ਹਠ ਜੋ ਕਮਾਵੇ, ਤਿਲ ਨਾ ਲੇਖੈ ਪਾਵੇ। ਮਨ ਹਠ ਜੋ ਕਮਾਵੇ, ਤਿਲ ਨਾ ਲੇਖੈ ਪਾਵੇ। ਬਗਲ ਜਿਉ ਧਿਆਨ ਲਾਵੇ, ਮਾਇਆ ਰੇ ਤਾਰੀ। ਫੋਕਟ ਕਰਮ ਕਰੇ ਅਗਿਆਨੀ, ਮਨਮੁਖ ਅੰਧ ਕਹਾਵਤ। ਨਾਮ ਬਿਨਾ ਫੋਕਟ ਸਭ ਕਰਮਾ, ਜਿਉ ਬਾਜੀਗਰ ਪਰਮ ਭੁਲੈ। ਹਰ ਬਿਨ ਅਵਰ ਕਿਰਿਆ ਬਿਰਥ ਹੈ, ਜਪ ਤਪ ਸੰਜਮ ਕਰਮ ਕਮਾਣੇ। ਇਹ ਊਰੇ ਮੂਸੈ। ਅੱਖੀਂ ਤਾਂ ਮੀਟੈ, ਨਾਕ ਪਕੜੈ, ਠੱਗਣ ਕੋ ਸੰਸਾਰ। ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ। ਪੰਚ ਜਨਾਸਿਓ ਸੰਗ ਨ ਛੁਟਕਿਓ, ਅਦਕ ਅਹੰਗ ਬੁਧ ਬਾਦੇ। ਪਿਆਰੇ ਇਨ ਬਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ। 9 6 ਖਟ ਬੋਲੇ ਮੁਖ ਆਗਰ, ਮੇਰਾ ਹਰ ਪ੍ਰਭ ਇਮ ਨ ਪਤੀਨੇ। ਲਖ ਨੇਕੀਆਂ ਚੰਗਿਆਈਆਂ, ਲਖ ਪੁੰਨਾ ਪਰਵਾਣ। ਲਖ ਤਪ ਉਪਰ ਤੀਰਥਾ, ਸਹਿ ਜੋਗ ਬੇਬਾਣ। ਲਖ ਸੂਰਤਣ ਸੰਗਰਾਮ, ਰਣ ਮੈਂ ਛੁਟੇ ਪ੍ਰਾਣ। ਲਖ ਸੁਰਤੀ ਲਖ ਗਿਆਨ ਧਿਆਨ, ਪੜੀਐ ਪਾਠ ਪੁਰਾਣ। ਜਿਨ ਕਰਤੇ ਕਰਣਾ ਕੀਆ, ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ, ਕਰਮ ਸਚਾ ਨੀਸਾਨ। ਹਿਰਦੈ ਸੱਚ ਇਹ ਕਰਣੀ ਸਾਰ, ਹੋਰ ਸਭ ਪਖੰਡ ਪੂਜ ਖੁਆਰ। ਹਿਰਦੈ ਸੱਚ ਇਹ ਕਰਣੀ ਸਾਰ, ਹੋਰ ਸਭ ਪਾਖੰਡ ਪੂਜ ਖੁਆਰ। ਬਿਨ ਗੁਰ ਸ਼ਬਦ ਨ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਹਾਂਜੀ, ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉ, ਗੁਰ ਸ਼ਬਦ ਮਹਾਰਸ ਪਾਇਆ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਪਾਈ। ਆਪਸ ਕੋ ਮੁਨੀਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਸੋ ਜਿਸ ਮਨ ਉਤੇ ਮਾਇਕੀ ਭਰਮ ਭੁਲਾਵੇ ਦਾ ਅਸਰ ਘੱਟ ਹੁੰਦਾ ਹੈ, ਉਸ ਜੀਵ ਦੇ ਅੰਤਰ ਆਤਮੇ ਵਿੱਚੋਂ ਇਲਾਹੀ ਪ੍ਰਕਾਸ਼ ਦਾ ਝੋਲਾ ਜਿਆਕਸ ਪੈਂਦਾ ਹੈ। ਇਸੇ ਅੰਤਰਮੁਖੀ ਇਲਾਹੀ ਪ੍ਰਕਾਸ਼ ਜਾਂ ਧਰਮ ਦੀ ਪ੍ਰੇਰਨਾ ਤੇ ਅਗਵਾਈ ਵਿੱਚ ਉਹ ਕੁਝ ਨੇਕ ਕਰਮ ਧਰਮ ਪਰਉਪਕਾਰ ਆਦਿ ਕਰਦਾ ਹੈ। ਅਸਲ ਵਿੱਚ ਇਹ ਨੇਕੀਆਂ ਕਰਮ ਧਰਮ ਆਦਿ ਅੰਤਰ ਆਤਮੇ ਇਲਾਹੀ ਧਰਮ ਦੇ ਦੈਵੀ ਗੁਣਾਂ ਦੇ ਅਕਸ ਜਾਂ ਇਜ਼ਹਾਰ ਹੀ ਹੁੰਦੇ ਹਨ। ਇਸ ਵਿੱਚ ਜੀਵ ਦੀ ਕੋਈ ਵਡਿਆਈ ਨਹੀਂ ਹੁੰਦੀ। ਹਾਂਜੀ, ਫਿਰ ਦੁਹਰਾ ਦਈਏ ਕਿ ਜਿਸ ਜੀਵ ਦੇ ਉੱਤੇ ਮਾਇਕੀ ਭਰਮ ਭੁਲਾਵੇ ਦਾ ਅਸਰ ਘੱਟ ਹੁੰਦਾ ਹੈ, ਉਸ ਦੇ ਅੰਤਰ ਆਤਮੇ ਇਲਾਹੀ ਪ੍ਰਕਾਸ਼ ਦਾ ਕੋਈ ਝੋਲਾ ਜਾਕਸ ਪੈਂਦਾ ਹੈ। ਇਸੇ ਅੰਤਰਮੁਖੀ ਇਲਾਹੀ ਪ੍ਰਕਾਸ਼ ਦਾ ਧਰਮ ਦੀ ਪ੍ਰੇਰਨਾ ਤੇ ਅਗਵਾਈ ਵਿੱਚ ਉਹ ਕੁਝ ਨੇਕ ਕਰਮ ਕਰਦਾ ਹੈ। ਅਸਲ ਵਿੱਚ ਇਹ ਨੇਕੀਆਂ ਕਰਮ ਧਰਮ ਆਦਿ ਅੰਤਰ ਆਤਮੇ ਇਲਾਹੀ ਧਰਮ ਦੇ ਦੈਵੀ ਗੁਣਾਂ ਦੇ ਅਕਸੀਆ ਇਜ਼ਹਾਰ ਹੀ ਹੁੰਦੇ ਹਨ। ਇਸ ਵਿੱਚ ਜੀਵ ਦੀ ਕੋਈ ਵਡਿਆਈ ਨਹੀਂ ਹੁੰਦੀ। ਪਰ ਜੀਵ ਆਪਣੇ ਮਾਇਕੀ ਭਰਮ ਭੁਲਾਵੇ ਵਿੱਚ ਇਹਨਾਂ ਨੇਕ ਕਰਮਾਂ ਧਰਮਾਂ ਵਿੱਚ ਆਪਣੀ ਹੀ ਵਡਿਆਈ ਸਮਝ ਕੇ ਆਪਣੀ ਹਉਮੈ ਨੂੰ ਪੱਠੇ ਪਾਉਂਦਾ ਹੈ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਨਾਨਕ ਨਿਹਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਸਤਿਆ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ। ਦੇ ਦੇ ਮੰਗੈ ਸਹਿਸਾ ਗੂਣਾ, ਸੋਭ ਕਰੇ ਸੰਸਾਰ। ਕੋਟ ਕਰਮ ਕਰੈ ਹਉ ਤਾਰੈ, ਸ਼ਰਮ ਪਾਵੇ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਸੋ ਹਉਮੈ ਵਿੱਚ ਕੀਤੇ ਕਰਮਾਂ ਨੂੰ ਹੀ ਅਸੀਂ ਧਰਮ ਜਾਂ ਇਨਸਾਨੀਅਤ ਮੰਨੀ ਬੈਠੇ ਹਾਂ। ਗੁਰਬਾਣੀ ਵਿੱਚ ਐਸੇ ਕਰਮ ਕਾਂਡੀ ਧਰਮਾਂ ਨੂੰ ਇਉਂ ਬਿਆਨ ਕੀਤਾ ਗਿਆ ਹੈ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਹਾਂਜੀ, ਹਉਮੈ ਵਿੱਚ ਕੀਤੇ ਕਰਮਾਂ ਨੂੰ ਅਸੀਂ ਧਰਮ ਸਮਝੀ ਬੈਠੇ ਹਾਂ,
ਪਰ ਗੁਰਬਾਣੀ ਵਿੱਚ ਐਸੇ ਕਰਮ ਕਾਂਡੀ ਧਰਮਾਂ ਨੂੰ ਇਉਂ ਦਰਸਾਇਆ ਗਿਆ ਹੈ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦੈ ਮੁਕਤ ਨ ਹੋਈ, ਪਰ ਪੰਚ ਕਰ ਪਰਮਾਈ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। श्रावक सुध समूह सिधान के, देख फिर्यो कर जोग जति के। सूर सुरार्दन सुध सुदादिक, संत समूह अनेक मति के। सारे ही देश को देख रहे हो, मत को न देखत प्राणपति के। श्री भगवान की पाए कृपाऊं ते, एक रति बिन एक रति के। ऐसे बाहरले कर्मकांडी धर्मां तो इलावा होर किसे उचेरे चंगेरे भलेरे नाल लिखे इलाही सच्चे सुच्चे अटल इलाही सरबग विश्व आत्मक धर्म की बाबत सानू समझ ही नहीं, ज्ञान ही नहीं, सोझी ही नहीं। हाँ जी, ऐसे बारमुखी कर्म कांडी धर्मां तो इलावा होर किसे उच्चे सुच्चे अटल इलाही सरबग आत्मक धर्म की बाबत सानू समझ ही नहीं, ज्ञान ही नहीं, सोझ ही नहीं, विचार ही नहीं, उद्यम ही नहीं, लोड़ ही नहीं, ते असी मनण नूं भी तैयार नहीं। भावें अनेकां गुरुआं अवतारां महापुरखां संतां ने अपनी शख्सियत ते बाणियां द्वारा किसे होर उच्चे सुच्चे इलाही धर्म की बाबत चंगी तरह रोशनी पाई है। गुरबाणी विच भी इस उच्चे सुच्चे इलाही धर्म नूं इउं दर्शाया है। केवल कर्म परम से चीनो, धर्म कर्म अनुरागो। सर्व धर्म में श्रेष्ठ धर्म, हर को नाम जप निर्मल कर्म। एको धर्म दृढ़ सच कोई, गुरमत पूरा जुग जुग सोई। नानक हर कीर्तन कर, अटल एह धर्म। करम धर्म सच सच्चा नाम, गुर के शब्द समाई है, परमार्थ जाने। गुर के शब्द समाई है, परमार्थ जाने। गुरबाणी विचार लेख नंबर 48, धर्म या मजहब भाग तीजा। गुरु रू प्यारी साध संगत जी, धर्म या मजहब के विषय ते गुरमुख प्यारियां ने 11 लेख की एक लड़ी लिखी है, जिस विचों सिर्फ तीसरा भाग आप जी के सामने पढ़िया गया सी। जिस किसी वीर भैन नूं इन्हां आत्मक लेखणियां की लोड़ महसूस होवे, आप जी गुरबाणी विचार के लेखां के स्टाल तो प्राप्त कर सकते हो जी। हुण 5:30 बजे रहरास साहिब जी के पाठ शुरू होणगे, तद तक संगतां चाह पानी का लंगर छक सकदियां हन जी। वाहिगुरू जी का खालसा, वाहिगुरू जी की फतेह।